ਨੋ ਗਾਲਾਂ ਕੱਢਦੀ ਸੀ? ਨੂੰਹ ਨੇ ਕਿ 16 ਸਾਲ ਚ ਇੱਕ ਘੜੀ ਸਕੂਨ ਦੀ ਨਹੀਂ ਆਣ ਦਿੱਤੀ। ਤੇ ਫਿਰ ਵੀ 16 ਸਾਲ ਉਹਨੂੰ ਰੱਖਿਆ ਜੇ? ਤੇ ਵਿਆਹ ਤਾਂ ਬੇਟਾ ਮੰਨਦਾ ਹੀ ਨਹੀਂ ਸੀ। ਬੇਟੇ ਨੂੰ ਪਤਾ ਨਹੀਂ ਕੀ ਕੀਤੇ ਦਾ ਸੀ ਉਹਨੇ ਕਿਹਾ ਪੁੱਤਰ ਇਹ ਨਹੀਂ ਤੇਰੇ ਰੱਖਣ ਵਾਲੀ, ਤੇਰੇ ਵਾਰੇ ਦੀ ਨਹੀਂ ਹੈ, ਸਾਨੂੰ ਨਹੀਂ ਛੱਡਦੀ, ਤੈਨੂੰ ਨਹੀਂ ਛੱਡਦੀ, ਕਿਹੜਾ ਸਕੂਨ ਹੈ। ਆ ਮਾਂ ਤੂੰ ਆਰਾਮ ਕਰ, ਤੂੰ ਪੁੱਤਰ ਵਸਣ ਦੇ, ਤੂੰ ਦਾ ਰੌਲਾ ਪਾ। ਉਹ ਮੈਂ ਜਦੋਂ ਹਾਂ ਜੀ ਤੇ ਬੇਟੇ ਨੇ ਇਸ ਤਰ੍ਹਾਂ ਕਹਿ ਕੇ ਨਾ ਤੇ ਮੈਨੂੰ ਉਹਨੂੰ ਲੈਦਾ ਕਰ ਦਿੱਤਾ, ਤੂੰ ਮਾਂ ਤੂੰ ਬਸ ਤੂੰ ਬੋਲਣੀ ਹੈ, ਮੈਨੂੰ ਬੁਲਾਉਣਾ ਛੱਡ ਦਿੱਤਾ। ਮੈਂ ਉਹਨੂੰ ਬੁਲਾਉਣਾ ਛੱਡ ਦਿੱਤਾ। ਅੱਛਾ ਬੇਟਾ ਕਹਿੰਦਾ, ਹਾਂ ਬੇਟਾ ਤੁਹਾਨੂੰ ਕਹਿੰਦਾ ਸੀ ਕਿ ਤੂੰ ਮੈਨੂੰ ਹੀ ਬੁਲਾਉਣਾ, ਤੂੰ ਨਹੀਂ ਬੋਲਣਾ। ਕਹਿੰਦਾ ਮੇਰੀ ਬੀਬੀ ਜੋ ਮਰਜ਼ੀ ਕਰੇ, ਨਾ ਤੂੰ ਬੋਲਣਾ, ਤੇਰੀਆਂ ਬੇਟੀਆਂ ਬੋਲਣ, ਤੇਰਾ ਕੋਈ ਬੱਚਾ ਨਾ ਬੋਲੇ, ਉਹ ਜੋ ਮਰਜ਼ੀ ਬੋਲੇ। ਅੱਛਾ। ਤੇ ਫਿਰ ਮੈਂ ਘਰ ਕਿਤੇ ਕਦੀ ਖਲੋਣਾ, ਕਦੀ ਕਿਤੇ ਅੱਗੇ ਪਿੱਛੇ, ਫਿਰ ਮੈਂ ਲੜਾਈ ਦੇ ਵਿੱਚ ਜਦੋਂ ਬੋਲਣਾ ਤਾਂ ਬਰਦਾਸ਼ਤ ਹੁੰਦਾ ਸੀ। ਉਹ ਬੜਾ ਕੁਛ ਕਹਿੰਦੀ, ਤੇਰੀਆਂ ਧੀਆਂ ਇਸ ਤਰ੍ਹਾਂ ਦੀਆਂ, ਤੇਰੀਆਂ ਇਸ ਤਰ੍ਹਾਂ ਦੀਆਂ, ਤੇਰੀਆਂ ਭੈਣ, ਤੂੰ ਖੁਦ। ਮੈਨੂੰ ਵੀ ਬੜਾ ਕੁਛ। ਤੁਹਾਨੂੰ ਕੀ ਕਹਿੰਦੀ ਸੀ? ਮੈਨੂੰ ਕਹਿੰਦੀ ਤੂੰ ਤਾਂ ਹੈ ਹੀ ਨਹੀਂ ਸਹੀ, ਤੂੰ ਤਾਂ ਪਿੱਛੋਂ ਹੀ ਸਹੀ ਨਹੀਂ ਆਈ ਦੀ, ਅੱਗੇ ਤੇਰੀਆਂ ਧੀਆਂ ਵੀ ਨਹੀਂ ਸਹੀ। ਮੇਰੀਆਂ ਇਹਨਾਂ ਬੇਟੀਆਂ ਨੂੰ ਬੜਾ ਕੁਛ ਕਹਿੰਦੀ, ਮੇਰੇ ਕੋਲ ਬਰਦਾਸ਼ਤ ਨਹੀਂ ਹੋਣਾ। ਮੈਂ ਕਦੀ ਧੀ ਦੇ ਘਰ ਉੱਧਰ ਚਲੇ ਜਾਣਾ, ਕਦੇ ਸ਼ਰੇਈਆਂ ਦਾ ਘਰ ਦੇਵਰ ਦਾ ਉੱਧਰ ਚਲੇ ਜਾਣਾ, ਕਦੇ ਦੂਸਰੇ ਵੱਲ। ਤੁਸੀਂ ਆਪਣਾ ਹੀ ਘਰ ਛੱਡ ਕੇ ਚਲੇ ਜਾਂਦੇ ਸੀ? ਖਲੋਣਾ ਹੀ ਨਹੀਂ, ਕਿ ਇੱਥੇ ਖਲੋਣਾ ਹੀ ਨਹੀਂ, ਲੜਾਈ 24 ਘੰਟੇ। ਮੇਰੇ ਪੋਤਰੇ ਨੇ ਉਹਨਾਂ 24 ਘੰਟੇ ਲੜਾਈ ਦੇਖੀ ਹੈ। ਉਹਨਾਂ ਨੂੰ ਅਜੇ ਹੁਣ ਤੱਕ ਪਤਾ ਨਹੀਂ ਕਿ ਸੁਲ੍ਹਾ ਸਲੂਕ ਕੀ ਹੁੰਦਾ, ਜੇ ਪਿਆਰ ਕੀ ਹੁੰਦਾ। ਬੱਚਿਆਂ ਨਾਲ ਵੀ ਪਿਆਰ ਨਹੀਂ ਸੀ ਕਰਦੀ ਤੇ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ। ਬੱਚਿਆਂ ਨੂੰ ਝਿੜਕ, ਕਿਉਂਕਿ ਉਹਨੇ ਜਾਣਾ ਹੀ ਹੁਣ ਉਹਦੇ ਪਲਾਨ ਦਾ ਤੇ ਮੈਨੂੰ ਨਹੀਂ ਸੀ ਨਾ ਪਤਾ। ਉਹ ਬੱਚਾ ਛੋਟਾ ਕੋਲ ਜਾਣਾ ਤੇ ਉਹਨੂੰ ਮਾਰਨਾ, ਨਾ ਉਹਨੂੰ ਰੋਟੀ ਨਾ ਪਾਣੀ, ਤੇ ਮਾਰਨਾ ਹੈ। ਵੱਡੇ ਨੂੰ ਵੀ ਮਾਰਨਾ ਹੈ, ਚਪੇੜਾਂ। ਫਿਰ ਵੱਡੇ ਜਵਾਨ ਹੋ ਗਏ, ਫਿਰ ਵੀ ਅੱਗੇ ਪੈਂਦੇ ਸੀ ਤੂੰ ਨਜਾਇਜ਼ ਮਾਰਨੀ ਹੈ। ਕਿਸੇ ਨੂੰ ਨਹੀਂ ਬੁਲਾਉਂਦੀ। ਬੱਚਿਆਂ ਦਾ ਸੁਲ੍ਹਾ ਸਲੂਕ ਪਿਆਰ। ਜਦੋਂ ਮੁੰਡੇ ਨੇ ਦੁਕਾਨ ਤੋਂ ਮੇਰੇ ਨਾਲ ਉਹਦੇ ਨਾਲ ਲੜਾਈ, ਜੇ ਮੈਂ ਬੋਲਣਾ ਤੇ ਮੈਨੂੰ ਤੇ ਉਹਨੂੰ ਪਤਾ ਨਹੀਂ ਕੀ ਕਹਿੰਦੀ ਸੀ, ਮੈਂ ਤੇ ਸੁਣਾ ਵੀ ਨਹੀਂ ਸਕਦੀ। ਤੇ ਹੁਣ ਜਦੋਂ ਪੁਲਿਸ ਤੁਹਾਡੇ ਘਰ ਆਈ ਹੈ ਨਾ? ਹਾਂਜੀ। ਤੇ ਤੁਹਾਨੂੰ ਵੀ ਮਾਰਦੇ ਪਿੱਟਦੇ ਰਹੇ, ਤੁਹਾਨੂੰ ਵੀ ਬਾਹਰ ਕੱਢਿਆ? ਹਾਂਜੀ। ਪਹਿਲਾਂ ਮੀਆਂ ਮੇਰਾ ਬਿਮਾਰ ਹੈ, ਉਹਦੇ ਨੀਚੇ ਨਹੀਂ ਆ ਰਿਹਾ, ਉਹਨੂੰ ਫੜ ਕੇ ਲਿਆਣੇ ਪੈਂਦਾ ਹੈ। ਤੇ ਉਹ ਉੱਥੇ ਨੀਚੇ ਉੱਤੇ ਲੇਟੇ ਦਾ ਸੀ ਤੇ ਮੈਂ ਵੀ ਉੱਥੇ ਸੀ। ਸਾਨੂੰ ਦੋਨਾਂ ਨੂੰ ਵਾਰ ਕਰਦਾ, ਚਲੋ ਚਲੋ ਮਾਈ ਤੁਹਾਡਾ ਕੋਈ ਹੱਕ ਨਹੀਂ ਇੱਥੇ, ਇਹ ਤੁਹਾਡੇ ਨੂੰਹ ਦੇ ਪੁੱਤਰ ਦੀ ਜਗ੍ਹਾ, ਤੁਹਾਡੀ ਕੋਈ ਜਗ੍ਹਾ ਨਹੀਂ, ਤੁਸੀਂ ਨਿਕਲੋ। ਜਦੋਂ ਮਾਂ ਪਿਓ ਧੀਆਂ ਪੁੱਤਰ ਜਵਾਨ ਹੋ ਜਾਣ ਤੇ ਉਹਨਾਂ ਦਾ ਹੁੰਦਾ ਸਾਰਾ ਕੁਛ, ਮਾਂ ਪਿਓ ਤਾਂ ਕੁਛ ਨਹੀਂ ਹੁੰਦਾ। ਤੁਸੀਂ ਰੋਟੀ ਦੇ ਭਾਈ ਵਾਲੋ, ਨਿਕਲੋ। ਮੈਂ ਵੀ ਨਿਕਲ ਗਈ। ਮੈਂ ਕਹਾਂ ਮੈਂ ਨਹੀਂ ਨਿਕਲਣਾ। ਉਹ ਤੇ ਮੈਂ ਨਾ ਨਿਕਲਾਂ ਤੇ ਮੈਨੂੰ ਧੱਕੇ ਮਾਰਨ, ਮੈਂ ਕਿਤੇ ਡਿੱਗ ਪਈ ਤੇ ਲੱਗ ਜਾਈ। ਫਿਰ ਮੈਂ ਚਲੀ ਗਈ। ਉਹ ਤੇ ਉਂਝ ਫੜ ਕੇ ਉਹਨਾਂ ਲੈ ਆਂਦਾ ਥੱਲੇ। ਫਿਰ ਅਸੀਂ ਉਹ ਤੇ ਸਾਹਮਣੇ ਬਹਿ ਗਏ। ਤੇ ਉਹ ਜੇ ਮੇਰੀ ਧੀ ਆਵੇ ਤੇ ਗੱਡੀ 'ਚ, ਜੇ ਮੇਰਾ ਦੋਤਰਾ ਕੋਈ ਸਾਹਮਣੇ ਆਇਆ ਤੇ ਗੱਡੀ, ਉਹ ਸਾਰਿਆਂ ਨੂੰ ਵਿੱਚ ਬਾੜ ਕੇ। ਇਹ ਵੀ ਆਈ ਮੇਰੀ ਨੂੰਹ ਛੋਟੀ, ਇਹਨੂੰ ਵੀ ਗੱਡੀ 'ਚ, ਇਹਦੇ ਤੇ ਵੀ ਪਰਚਾ ਕਰਾ ਦਿੱਤਾ, ਧੀ ਤੇ ਕਰਾ ਦਿੱਤਾ। ਤੇ ਆਪੇ ਉਹ ਅੰਦਰ ਵੜ ਗਈ ਹੈ। ਪੁਲਿਸ ਵਾਲੇ ਅੰਦਰ ਵੜ ਗਏ ਨੇ, ਦਰਵਾਜ਼ੇ ਖੋਲ੍ਹ ਦਿੱਤੇ ਨੇ, ਤਾਲੇ ਤੋੜ ਦਿੱਤੇ ਨੇ। ਉਹ ਅੰਦਰ ਚਲੇ ਗਈ ਹੈ। ਅੰਦਰ ਉਹ ਜਿਹੜਾ ਸਾਡਾ ਕੈਮਰਾ ਚੱਲਦਾ ਪਿਆ ਸੀ, ਉਹਦਾ ਕੋਈ ਪੁਰਜਾ ਹੁੰਦਾ, ਉਹ ਵੀ ਲੈ ਗਈ। ਅੰਦਰ ਪੈਸਾ ਧੇਲਾ ਜੋ ਹੈ ਹੀ ਬਾਹਰ ਹੀ ਸਾਰੇ, ਉਹ ਅੰਦਰ ਸੀ। ਪੁਲਿਸ ਵਾਲੇ ਵੀ ਅੰਦਰ ਤੇ ਉਹ ਵੀ ਅੰਦਰ। ਜੋ ਉਹਦਾ ਦਿਲ ਕਰਦਾ ਉਹ ਲੈ ਗਈ। ਮੇਰਾ ਮੋਬਾਈਲ ਉੱਥੇ ਸੀ ਜਿੱਥੇ ਮੇਰਾ ਮੀਆਂ ਪਿਆ ਸੀ, ਉੱਥੇ ਮੋਬਾਈਲ ਸੀ ਪਿਆ ਨਾਲ। ਮੋਬਾਈਲ ਵੀ ਉਹ ਲੈ ਗਈ। ਪਤਾ ਨਹੀਂ ਉਹ ਪੁਲਿਸ ਵਾਲਾ ਲੈ ਗਿਆ, ਕੋਲ ਲੈ ਗਿਆ, ਮੇਰਾ ਮੋਬਾਈਲ ਵੀ ਲੈ ਗਏ। ਉਹਦੇ ਵਿੱਚ ਤੇ ਹਰ ਕਿਸੇ ਦਾ, ਮੈਂ ਸਿਆਣੀ ਆ, ਮੇਰਾ ਨੰਬਰ ਹੈ ਹਰ ਇੱਕ ਦਾ, ਤੇ ਬੇਟੀਆਂ ਦਾ ਕੀ ਤੇ ਰਿਸ਼ਤੇਦਾਰਾਂ ਦਾ। ਹੁਣ ਉਹਦੇ ਹੱਥ ਆ ਗਿਆ ਕੱਲ ਪਰਸੋਂ ਜੀ। ਉਹ ਕਦੀ ਇਹਨੂੰ ਫੋਨ ਕਰਦੀ ਹੈ, ਕਦੀ ਉਹਨੂੰ ਕਰਦੀ ਹੈ, ਕਦੀ ਉਹ ਰਿਸ਼ਤੇਦਾਰਾਂ ਨੂੰ, ਪਤਾ ਨਹੀਂ ਕਿਹਨੂੰ ਕਿਉਂਕਿ ਉਹਦੇ ਕੋਲ ਪਹੁੰਚ ਗਿਆ ਉਹ ਤੇ ਨੰਬਰ ਜੇ ਉਹਦੇ ਮੇਰੇ ਮੋਬਾਇਲ 'ਚ ਨੇ। ਹੁਣ ਮੋਬਾਇਲ ਵੀ ਲੈ ਗਈ ਹੈ, ਰਿਸ਼ਤੇਦਾਰਾਂ ਨੂੰ ਤੰਗ ਵੀ ਕਰ ਰਹੀ ਹੈ। ਹੁਣ ਜਿਹਨੇ ਸਿਮ ਬੰਦ ਕਰਾਉਣੀ ਉਹ ਮੁੰਡਾ ਮੇਰਾ ਅੰਦਰ ਹੈ। ਤੇ ਬੇਟਿਆਂ ਮੇਰੇ ਤੇ ਦੋਨਾਂ ਦਾ ਇੰਜਾਮ ਲਾਇਆ ਜੀ। 8 ਲੱਖ ਰੁਪਈਆ ਸੀ ਮੇਰੇ ਅੰਦਰ, ਉਹ ਇਹਨਾਂ ਨੇ ਕੱਢ ਲਿਆ। ਮੇਰਾ ਜੇਵਰ ਕੱਢ ਲਿਆ। ਤੇ ਯਕੀਨ ਕਰ ਧੀਏ, ਮਰ ਜਾਣਾ, ਦੁਨੀਆ ਛੱਡ ਜਾਣੀ ਹੈ, ਔਲਾਦ ਨਾਲ ਨਹੀਂ ਜਾਣਾ। ਆਪਣੀ ਕਬਰ 'ਚ ਦੁਨੀਆ ਤੇ ਕੀ ਹਾਲ ਹੁੰਦਾ ਪਿਆ ਤੇ ਅੱਗੇ ਕੀ ਹੋਣਾ। ਝੂਠ ਨਹੀਂ ਬੋਲਣਾ। ਇੱਕ ਉਹਦਾ ਇਹ ਹੈ ਰਹਿਣ ਦਿੱਤੇ ਦਾ, ਕਿਉਂ ਇਹ ਉਹਦੇ ਨਹੀਂ ਨਾ ਆਇਆ ਟਰੱਕ ਜੀ, ਜਿੱਦੇ ਜੋ ਮੱਝਾਂ ਲਿਆਂਦਾ ਸੀ ਭਰ ਕੇ ਲੈ ਗਈ। ਬਾਕੀ ਸਮਾਨ ਸਾਰਾ ਹੀ ਲੈ ਗਈ। ਇੱਕ ਇਹ ਨਹੀਂ ਆਇਆ ਤੇ ਕੋਈ ਸ਼ੀਸ਼ਾ ਅਸੀਂ ਨਹੀਂ ਰੱਖਦੇ, ਅਸੀਂ ਉਹਦੀ ਚੀਜ਼ ਰੱਖਣੇ ਨਹੀਂ ਚਾਹੁੰਦੇ। ਇਹ ਸੋਫਾ ਹੈ, ਇਹ ਅਲਮਾਰੀ ਹੈ, ਇਹ ਬੈੱਡ ਹੈ। ਇਹ ਆ ਖੁਦਾ ਦੀ ਕਸਮ, ਮੈਨੂੰ ਕੁਰਾਨ ਚਕਾ ਲਓ ਜੇ ਮੇਰੇ ਘਰ ਹੋਰ ਕੋਈ ਵੀ ਚੀਜ਼ ਹੈ ਤੇ ਉਹਨੇ ਮੇਰੇ ਪੁੱਤਰਾਂ ਦੇ ਨਾਂ ਲਾਤੇ। ਮੇਰਾ ਜੇਵਰ, ਜਿਹੜੀ ਬੁੱਢੀ ਇਸ ਤਰ੍ਹਾਂ ਜਾਂਦੀ ਹੈ ਜੇਵਰ ਛੱਡ ਕੇ ਜਾਂਦੀ ਹੈ, ਤੁਹਾਨੂੰ ਪਤਾ। ਜਿਹੜੀ ਇਸ ਤਰ੍ਹਾਂ ਜਾਂਦੀ ਹੈ ਉਹ ਪੈਸਾ ਧੇਲਾ ਘਰ ਛੱਡ ਕੇ ਜਾਏਗੀ। ਸਿਰਫ ਉਹਦੀ ਔਲਾਦ ਰਹਿੰਦੀ ਹੈ ਇੱਥੇ, ਮੈਂ ਰਹਿੰਦੀ ਹਾਂ, ਉਹਦੀ ਔਲਾਦ ਰਹਿੰਦੀ ਹੈ। ਅਸੀਂ ਤਾਂ ਕੱਢ ਕੇ ਤੇ ਘਰ ਵਿੱਚ ਚੋਰੀ ਕਰ औलाद ਤੇ सगी होती तो जाती क्यों? मुझे आखिरी एक बात बता दीजिएगा कि जो घर है उसने नाम अपने किस तरह से लगवाया? आपके भाई ने गिफ्ट किया उसको या हक महर में दिया हुआ था? किस तरह से घर उसके नाम? नहीं, ये अभी का ही कुछ यानी साल से ही बात हुई है। ये छोटा बेटा जो है ना, ये 7 वाली गली में है गार्डियन स्कूल। अच्छा। उस स्कूल में जाता था। उसको कहती है जब अलग हुई ना तो वो थोड़ी खुल गई।
पहले तो बेटे हमने अपनी मर्जी से स्कूलों में डाले हुए थे, जब वो थोड़ी खुली है उसने कहा इधर नहीं मैंने अपने बच्चे को पढ़ाना, मैंने शादबाग सोल स्कूल है वहाँ मैंने पढ़ाना। भाई ने कहा चलो ठीक है हम रिक्शा लगवा देंगे, बच्चा वो ले भी जाएगा छोड़ भी जाएगा, तो आप डाल दें। हर कोई अपने बच्चे के लिए बेहतर ही सोचता है। इसने क्या किया है कि इसने वहाँ से कागज़ लाई है रजिस्ट्री के, यानी कि जो लिखवाने थे मकान के। भाई मेरे जो है ना कुछ अनपढ़ हैं, यानी कम पढ़े लिखे हैं और वो इतना कुछ जानते नहीं है, बहुत सादे हैं। ये लाई हैं, ये बाहर से काउंटर की तरफ आई है, आकर इसने कहा कि ये कागज है तो आप साहब आप ऐसा करें इसके ऊपर सिग्नेचर कर दे। ये मूसा के जो है ना डिवीजन के कागज है, मैंने वहाँ जमा करवाने हैं, यहाँ ये अंगूठे लगवा दे, यहाँ ये साइन कर दे, ये कर दे, तो मैं आज ही बच्चे का डिवीजन करवाती हूँ, कल से बेटा मेरा स्कूल जाएगा। भाई कहते हैं कि मेरे पास जरा रश था, कस्टमर ज्यादा थे, मैंने जल्दी जल्दी लिखा और लिखे तो मैंने कहा ले जाओ। ठीक है, वो इस तरीके से उसने ये जो घर है ये प्रॉपर्टी उसने अपने नाम करवाई जी, आधी करवाई। और मैम दूसरी बात, ये जो रेट करवाया इन्होंने हमारे साथ कानून ने इतना धोखा किया कि मेरे भाई अपने कामों में मसरूफ थे। बड़ा भाई जो है ना वो काम पे भी कम आता था अब, क्योंकि अब्बू अम्मी उनसे नाराज है कि अगर तू हमारा कहना मान लेता तो ये दिन हम ना देखते। तो अब्बू ने कहा तूने मेरे घर नहीं आना, तू भी मेरा जो है ना चोर ही है, तूने भी चोरी से यानी कि मेरे से ये मैं जगह तुझे दी कि उसको दी है, तो तुम भी निकल जाओ। अब वो क्या कहते हैं बच्चे कि बच्चों ने पापा से राब्ता रखा हुआ है जैसे माँ से रखा था, पहले माँ को देखा परखा और छोड़ दिया, फिर उन्होंने अब अपने वालिद साहब से रखा हुआ है। वो आते हैं इनसे पूरा पूछते हैं कि आज क्या सेल हुई, कितना कारोबार है, मंडी से क्या लाना है, और नीचे से ही चले जाते हैं, ऊपर नहीं आते। तो इन्होंने क्या किया कि इन्होंने कॉल की, थानेदार जो है ये शादबाग वाले जाहिद हुसैन जो हैं SHO, इन्होंने कॉल की और मेरे भाइयों को दोनों को बुलाया और साथ कहा कि जो आरिफ के 2 बेटे हैं ना वो भी लेकर आओ। यानी कि ये इन्होंने जुमेरात वाले दिन की बात है, इन्होंने जब बुला लिया जोहर के बाद बुलाया, तो पहले भी जाते थे क्योंकि हमारी तो कई महीने साल से दौड़ लगी हुई है, कभी खुली कचहरी में कभी थाने में। मेरी वालदा रुल गई है जा जाके, जो हम कभी गली में नहीं बोले थे आज हमें थानों में और अदारों में बोलना पड़ रहा है। तो उन्होंने बुलाया कि आओ, मेरे भाई दोनों गए, भतीजे गए, इन्होंने जाके उससे कुछ बातें की करके तो कमरे में लॉक कर दिया, बाहर से लॉक किया और नायला बीबी को कहा कि, और जो उस वाले पुलिस वाले थे और जो लेडीज पुलिस थी उनको भी बुलाया और कहा कि डाला भरो और जाके ना तो ताले तोड़ो और नायला बीबी को अंदर छोड़ के आओ और ताले लगाओ। जब ये आए हैं मेरे छोटे भाई की हमें कॉल आ गई, छोटी सी दूसरी सिस्टर को, कहा कि अंदर नहीं इसको जाने देना। अब हमें हर बंदे ने, हर SHO ने, हर बंदे ने, यानी कि सब ने यही कहा था जहां भी हम जाते थे कि आपने इसको अंदर नहीं जाने देना, ये कब्जा पा लेगी, आपने इसको अंदर नहीं जाने देना। अब हमारा ये था कि हम दफा करें, बड़ी बाजी भागी आई हैं। इन्होंने आते ही ठुड्डे मार मार के गेट के ताले कुंडे, जब वो बच्चे अपना लॉक करके गए थे, अपनी दुकान का जो बीच वाला जो दरवाजा था वो उनसे थोड़ा खुला रह गया, जंगले को उन्होंने लॉक किया, गेट को लॉक किया हुआ था, हर चीज को लॉक किया हुआ था। अब ये कैसा कानून है कि ताले तोड़कर अंदर आना। फिर 3 पुलिस वाले साथ आए हैं, वो अंदर आए हैं, हर गली वाला कह रहा था हमें अंदर जाने दे। मेरी सिस्टर बड़ी आई हैं, उनको पकड़ के गाड़ी में, अगर उसके बेटे बोले तो गाड़ी में, अगर ये मेरी भाभी छोटी बोली है तो गाड़ी में, यानी हमारी पूरी फैमिली गाड़ी में बैठा ली और नायला बीबी को अंदर लेकर ना वो घूमते रहे हैं, ऊपर तक गए हैं। मेरे वालिद साहब की जो चारपाई पे उसकी दवाइयाँ थी, इतना सामान था, वो बुखेर गई पूरी गली, यानी कि कमरे में खलारा मेरे वालिद साहब का डाल गई, मोबाइल ले गई, बच्चों का मोबाइल टच मोबाइल साथ वाले कमरे में वो ले गई, और इधर से वो जाते जाते फिर इन्होंने जंगला तोड़ के दिया। ये पुलिस वालों ने सारा कुछ किया, किसी की जरूरत नहीं थी कि ताला लगा हुआ अंदर कैसे आ गए। पहले बात करते, जो भी बात होती फिर वो अंदर आती, ऐसे कैसे अंदर वो आ गए। मेरे वालिद साहब को धक्के मार के नीचे उतारा, वालदा को धक्के मार के नीचे उतारा, और ये गली में रहे, चीखो पुकार करते रहे। ये मेरी भाभी ने 3 कॉल की 15 पर, और इन्होंने कहा, वो आगे से कहते थे हम आपकी बात आगे पहुंचाते हैं, और जब वो आगे पहुंचाते थे आगे वाले कहते थे ठीक है हमारे मशवरे से ही गए हैं, कर लेते हैं। यानी 3 कॉल करने के बावजूद वो हमारी मदद करने को नहीं आए। ठीक है।